ਨਵਾਂ ਖੰਡਾ ਵਿੱਚ ਜਾਣੀਏ ਨਾਲ ਚਲੇ ਸਭ ਕੋਈ, ਭਾਵ ਸਾਰੀ ਦੁਨੀਆ ਹੀ ਕਹਿੰਦੇ ਤੇਰੇ ਕਹੇ ਅਨੁਸਾਰ ਚੱਲਣ ਲੱਗ ਜਾਵੇ। ਇੱਕ ਉਦਾਹਰਣ ਦਿੱਤੀ ਹੈ ਪਾਤਸ਼ਾਹ ਨੇ, ਵੈਸੇ ਇਸ ਸੰਸਾਰ 'ਚ ਇੱਕਣ ਹੋ ਨਹੀਂ ਸਕਦਾ। ਕਹਿੰਦੇ ਚਲੋ ਮੰਨ ਲਓ, ਤੁਹਾਡੀ ਇਹ ਵੀ ਗੱਲ ਮੰਨ ਲੈਂਦੇ ਹਾਂ ਵੀ ਤੁਹਾਡੀ ਇੰਨੀ ਜ਼ਿਆਦਾ ਉਮਰ ਹੋਊਗੀ, ਲੋਕ ਤਾਂ ਤੁਹਾਡੇ ਵੱਲ ਦੇਖ ਕੇ ਹੈਰਾਨ ਹੀ ਹੋਣਗੇ ਵੀ ਇਹਨਾਂ ਦੀ ਤਾਂ ਬਹੁਤ ਵੱਡੀ ਉਮਰ ਆ, ਵੀ ਬੜੀ ਕਮਾਈ ਹੈ ਇਹਨਾਂ ਦੀ ਤਾਂ। ਸਾਡੇ ਤਾਂ ਮੈਂ ਹੈਰਾਨ ਆ, ਲੋਕ ਇਹਨਾਂ ਗੱਲਾਂ ਤੋਂ ਬੜੇ ਖੁਸ਼ ਹੋ ਜਾਂਦੇ। ਜੇ ਕੋਈ ਬੰਦਾ ਨੰਗਾ ਫਿਰਦਾ ਹੋਵੇ ਨਾ ਕੱਪੜੇ ਲਾਈ, ਤਾਂ ਵੀ ਸਾਡੇ ਤਾਂ ਕਹਿੰਦੇ ਵੀ ਬੱਲੇ ਬੱਲੇ ਬੜੀ ਕਮਾਈ ਆ, ਵੀ ਇਹ ਤਾਂ ਦਿਗੰਬਰ ਹੈ, ਇਹਦੇ ਤਾਂ ਕਿਸੇ ਚੀਜ਼ ਦਾ ਅਸਰ ਹੀ ਨਹੀਂ ਹੈ। ਉਹਨੂੰ ਐਸੇ ਐਸੇ ਸ਼ਬਦ ਉਹਦੇ ਨਾਂ ਨਾਲ ਜੋੜ ਦਿੰਦੇ। ਕੋਈ 10 ਦਿਨ 20 ਦਿਨ ਰੋਟੀ ਨਾ ਖਾਵੇ ਤਾਂ ਸਾਡੇ ਲੋਕ ਉਹਦੇ ਮਗਰ ਲੱਗ ਜਾਂਦੇ ਆ। ਕੋਈ 10-15 ਦਿਨ ਬੋਲੇ ਨਾ, ਚੁੱਪ ਰਹੇ ਉਹ ਨਹੀਂ, ਤਾਂ ਸਾਡੀ ਦੁਨੀਆ ਉਹਨੂੰ ਰੱਬ ਮੰਨਣ ਲੱਗ ਜਾਂਦੀ ਹੈ। ਕੋਈ ਬੰਦਾ 1 ਮਹੀਨਾ 40 ਦਿਨ ਅੰਦਰ ਰਹਿ ਜਾਵੇ ਨਾ, ਤਾਂ ਸਾਡੇ ਲੋਕ ਕਹਿੰਦੇ ਵੀ ਬੜੀ ਕਮਾਈ ਹੈ, ਤਾਂ ਅੰਦਰ ਹੀ ਬੈਠਾ। ਪਰ ਸਾਨੂੰ ਇਹ ਨਹੀਂ ਪਤਾ ਵੀ ਉਹ ਅੰਦਰ ਕਰਦਾ ਕੀ ਹੈ। ਗੁਰਬਾਣੀ ਕਹਿੰਦੀ ਹੈ, ਆਂਖ ਮੀਚੈ ਨਾਕ ਪਕੜਾ ਠੱਗਣ ਕੋ ਸੰਸਾਰ। ਕਹਿੰਦੇ ਇਹ ਤਾਂ ਅੰਦਰ ਬੈਠ ਕੇ ਜੁਗਤੀਆਂ ਬਣਾਉਂਦੇ ਆ ਵੀ ਲੋਕਾਂ ਨੂੰ ਠੱਗਿਆ ਕਿਵੇਂ ਜਾਊਗਾ। ਜਿਹਨੇ ਸੱਚ ਦੇਖਣਾ ਉਹ ਅੰਦਰ ਨਹੀਂ ਬਹਿੰਦਾ, ਉਹ ਤਾਂ ਮੈਦਾਨ 'ਚ ਆਉਂਦਾ। ਗੁਰੂ ਨਾਨਕ ਸਾਹਿਬ ਅੰਦਰ ਨਹੀਂ ਬੈਠੇ, ਤੁਰ ਤੁਰ ਕੇ ਗਿਆ, ਆਪ ਗਏ ਅਗਲੇ ਕੋਲ। ਉਹਨਾਂ ਤਾਂ ਰੌਲਾ ਪਾਇਆ ਲੋਕਾਂ ਨੂੰ ਵੀ ਬਾਹਰ ਆਓ। ਜਬ ਲਗ ਦੁਨੀਆ ਰਹੀ ਹੈ ਨਾਨਕ ਕਿਛ ਸੁਣੀਏ ਕਿਛ ਕਹੀਏ। ਜਿੰਨਾ ਚਿਰ ਦੁਨੀਆ 'ਚ ਰਹਿਣਾ ਸੱਚ ਕਹਿਣਾ, ਸੱਚ ਸੁਣਨਾ, ਸੱਚ ਦੀ ਆਵਾਜ਼ ਬੁਲੰਦ ਕਰੋ, ਆਪਣੇ ਵੱਲੋਂ ਸੱਚ ਬੋਲ ਕੇ ਜਾਓ, ਕਿਉਂਕਿ ਤੁਸੀਂ ਸੱਚਖੰਡ 'ਚ ਪੇਸ਼ ਹੋਣਾ। ਤੁਹਾਨੂੰ ਪੁੱਛਣਗੇ ਵੀ ਤੂੰ ਕੀ ਖੱਟ ਕੇ ਲਿਆਇਆ, ਕਿਉਂਕਿ ਇਹੀ ਕੁਛ ਤਾਂ ਕਰਨ ਆਏ ਸੀਗੇ। ਸੱਚ ਖਾਣਾ ਸੱਚ ਪਹਿਨਣ ਵਾਸਤੇ ਆਏ ਸੀ ਨਾ, ਪਰ ਕਰ ਕੀ ਲਿਆ ਇਹ ਸਭ ਨੂੰ ਹੀ ਪਤਾ। ਨਵਾਂ ਖੰਡਾ ਵਿੱਚ ਜਾਣੀਏ ਨਾਲ ਚੱਲੇ ਸਭ ਕੋਏ। ਪਾਤਸ਼ਾਹ ਕਹਿੰਦੇ ਬੜੀ ਦੁਨੀਆ ਐਸੀ ਹੈ, ਬੜੇ ਲੋਕ ਇੱਛਾ ਰੱਖਦੇ ਆ ਕਿ ਸਾਰੀ ਦੁਨੀਆ ਮੇਰੀ ਉਹ ਗੱਲ ਮੰਨੇ, ਪਰ ਕਹਿੰਦੇ ਹੋ ਨਹੀਂ ਸਕਦਾ। ਪਰ ਚਲੋ ਮੰਨ ਵੀ ਲਵੋ। ਚੰਗਾ ਨਾਂ ਰਖਾਏ ਕੈ ਜਸ ਕੀਰਤ ਜਗ ਲੈ। ਫਿਰ ਕਹਿੰਦੇ ਨਾਂ ਵੀ ਬੜਾ ਚੰਗਾ ਹੋਵੇ, ਜਸ ਬਹੁਤ ਹੋਵੇ ਸੰਸਾਰ ਦੇ ਅੰਦਰ, ਫਿਰ ਜਸ ਕੀਰਤ ਲੈ, ਜੱਗ ਸਾਰਾ ਹੀ ਉਹਦੀ ਕੀਰਤੀ ਵੀ ਕਰੇ। ਕਹਿੰਦੇ ਭਾਵ ਤੇਰਾ ਨਾਮ ਵੀ ਬੜਾ ਚੰਗਾ ਹੋਵੇ, ਤੇਰੀ ਉਸਤਤੀ ਵੀ ਸਾਰੇ ਕਰਨ ਜੱਗ ਵਿੱਚ। ਪਰ ਪਾਤਸ਼ਾਹ ਕਹਿੰਦੇ ਸੱਚਖੰਡ ਵੱਲੋਂ ਕੀ ਫਰਮਾਨ ਹੈ, ਇਹ ਵੀ ਤੈਨੂੰ ਅਸੀਂ ਨਾਲ ਹੀ ਦੱਸ ਦਿੰਦੇ ਹਾਂ। ਸਾਡੇ ਅੰਦਰ ਤਾਂ ਹੈ ਇੱਛਾ ਵੀ ਸਾਡਾ ਨਾਂ ਰਹਿ ਜਾਵੇ ਇੱਥੇ। ਹਰ ਇੱਕ ਮਨੁੱਖ, ਚਾਹੇ ਜਿਹੜੇ ਧਾਰਮਿਕ ਨੇ ਉਹ ਤਾਂ ਜ਼ਿਆਦਾ ਕਹਾਉਂਦੇ ਆ, ਮੂੰਹੋਂ ਕਹਿਣਗੇ ਵੀ ਸਾਡਾ ਇਸ ਧਰਤੀ ਤੇ ਕੋਈ ਨਾਂ ਨਾ ਰਹੇ, ਪਰ ਅੰਦਰੋਂ ਚਾਹੁੰਦੇ ਆ ਵੀ ਸਾਡਾ ਨਾਂ ਰਹੇ। ਉਹਨਾਂ ਨੂੰ ਪਤਾ ਹੁੰਦਾ ਵੀ ਜੇ ਅਸੀਂ ਇਹ ਕਹਾਂਗੇ ਵੀ ਸਾਡਾ ਨਾਂ ਰਹਿਣਾ, ਫਿਰ ਤਾਂ ਭਾਵੇਂ ਨਾ ਹੀ ਸਾਡੀ ਕੋਈ ਵਡਿਆਈ ਕਰਨਾ। ਇਹਨਾਂ ਨੂੰ ਇਹ ਕਹੋ, ਕਿਉਂਕਿ ਅਸੀਂ ਪੁੱਠਾ ਚੱਲਣ ਵਾਲੇ ਨਾਲੋਂ, ਵੀ ਇਹਨਾਂ ਨੂੰ ਕਹੋ ਵੀ ਸਾਡਾ ਨਾਂ ਨਹੀਂ ਰਹਿਣਾ ਚਾਹੀਦਾ ਧਰਤੀ ਤੇ, ਫਿਰ ਲੋਕ ਜ਼ਿਆਦਾ ਕਰਦੇ। ਜਿਵੇਂ ਪਾਤਸ਼ਾਹੀਆਂ ਨੇ, ਭਗਤ ਸਾਹਿਬਾਨਾਂ ਨੇ ਕਿਹਾ ਅਸੀਂ ਦਾਸ ਹਾਂ, ਅਸੀਂ ਸੇਵਕ ਹਾਂ ਪਰਮੇਸ਼ਰ ਦੇ, ਪਰ ਅਸੀਂ ਉਹ ਤੋਂ ਉਲਟ ਕੀਤਾ। ਜੇ ਉਹ ਆਪਣੇ ਆਪ ਨੂੰ ਕਹਾਉਂਦੇ ਵੀ ਅਸੀਂ ਪਰਮੇਸ਼ਰ ਆ, ਤਾਂ ਅਸੀਂ ਉਹਨਾਂ ਨੂੰ ਦਾਸ ਬਣਾਉਣਾ ਸੀ, ਪਰ ਉਹਨਾਂ ਨੇ ਆਪਣੇ ਆਪ ਨੂੰ ਦਾਸ ਕਹਾਇਆ, ਅਸੀਂ ਉਹਨਾਂ ਨੂੰ ਪਰਮੇਸ਼ਰ ਕਹਿੰਦੇ। 10ਵੇਂ ਪਾਤਸ਼ਾਹ ਵੀ ਇਹ ਗੱਲ ਕਹਿੰਦੇ, ਜੋ ਹਮ ਕੋ ਪਰਮੇਸ਼ਰ ਉਚਰੈ। ਕਹਿੰਦੇ ਸਾਨੂੰ ਪਰਮੇਸ਼ਰ ਨਾ ਮੰਨਿਓ, ਅਸੀਂ ਪਰਮੇਸ਼ਰ ਨਹੀਂ ਹਾਂ। ਹਾਂ, ਹੁਣ ਜੋਤ ਉਹਨਾਂ ਦੀ ਪਰਮੇਸ਼ਰ ਹੈ, ਪਰ ਹੁਣ ਉਹਨਾਂ ਦਾ ਨਾਂ ਗੋਬਿੰਦ ਸਿੰਘ ਨਹੀਂ ਹੈ। ਜੋਤ ਦਾ ਤਾਂ ਕੋਈ ਨਾਂ ਹੀ ਨਹੀਂ ਹੁੰਦਾ। ਪਰ ਸਾਡੇ ਚੱਲਦਾ ਹੈ ਚੰਗਾ ਨਾਂ ਰਖਾਏ ਕੈ ਜਸ ਕੀਰਤ ਜਗ ਲੈ। ਸੱਚਖੰਡ ਵੱਲੋਂ ਕੀ ਫਰਮਾਨ ਹੈ, ਕਹਿੰਦੇ ਜੇ ਅੰਗ 360 ਉੱਪਰ ਪਾਤਸ਼ਾਹ ਕਹਿੰਦੇ ਜੇ ਕੋ ਨਾਉ ਧਰਾਏ ਵੱਡਾ, ਸਾਧ ਕਰੇ ਮਨ ਭਾਣੇ, ਖਸਮੈ ਨਦਰੀ ਕੀੜਾ ਆਵੈ ਜੀਤੇ ਚੁਗੈ ਦਾਣੇ। ਹੇ ਮੇਰੇ ਮਨਾ, ਆਹ ਸਜ਼ਾ ਮਿਲੂ ਤੈਨੂੰ ਦਰਗਾਹ ਦੇ ਅੰਦਰ। ਆਹ ਸਜ਼ਾ ਚੰਗਾ ਨਾਂ ਰਖਾਏ ਕੇ ਜਸ ਕੀਰਤ ਜਗ ਲੈ ਵਾਲਿਆਂ ਦੀ, ਜਿਹੜੇ ਇਸ ਸੰਸਾਰ ਦੇ ਵਿੱਚ ਕੀਰਤੀ ਭਾਲਦੇ।
ਕਿ ਸਾਡੀ ਵਡਿਆਈ ਹੋਵੇ, ਸਾਡੀ ਜੈ ਜੈਕਾਰ ਕਰੋ, ਪਰ ਗੁਰਮੁਖ ਨਹੀਂ ਚਾਹੁੰਦਾ ਹੈਗਾ। ਕਈ ਗੱਲਾਂ ਤੋਂ ਗੁਰਬਾਣੀ ਤੋਂ ਵੀ ਭੁਲੇਖਾ ਲੱਗ ਜਾਂਦਾ ਹੈ। ਜਿਵੇਂ ਇੱਕ ਬਚਨ ਆਉਂਦਾ ਹੈ ਗੁਰਬਾਣੀ ਦੇ ਅੰਦਰ, ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ। ਉਹਦਾ ਵੀ ਅਰਥ ਇਹ ਬਣਾ ਲਿਆ ਵੀ ਜਿਹੜੇ ਸੱਚੇ ਰਸਤੇ ਚੱਲਦੇ ਵੀ ਉਹਨਾਂ ਦੀ ਉਸਤਤ ਦੀ ਜਹਾਨ ਕਰਦਾ। ਉਹਦਾ ਭਾਵ ਹੋਰ ਹੈ, ਸੱਚੇ ਮਾਰਗ ਚੱਲਦਿਆਂ, ਜਿਹੜੇ ਸੱਚੇ ਮਾਰਗ ਤੇ ਚੱਲਦੇ ਹਨ ਉਸਤਤੀ ਕਰੈ, ਉਹ ਉਸਤਤੀ ਕਰਦੇ ਨੇ। ਉਹ ਉਸ ਹੁਕਮ ਦੀ ਉਸਤਤੀ ਕਰਦੇ ਨੇ, ਉਸ ਮੰਜ਼ਿਲ ਦੀ ਉਸਤਤੀ ਕਰਦੇ ਨੇ। ਕਰੈ ਜਹਾਨ, ਉਹ ਜਾਗਦੇ ਨੇ। ਉਹਨਾਂ ਨੂੰ ਪਤਾ ਵੀ ਉਸਤਤੀ ਕਿਹਦੀ ਕਰਨੀ ਹੈ। ਉਹ ਸਾਡੇ ਵਾਂਗੂ ਉਸਤਤੀ ਨਹੀਂ ਕਰਦੇ ਵੀ ਜੇ ਦੇਖਿਆ ਤਾਂ ਸਾਡੇ ਤਾਂ ਜਿਹੜੇ ਐਕਟਰ ਨੇ ਜਾਂ ਇੱਥੇ ਗਾਇਕ ਨੇ ਉਹਨਾਂ ਦੀਆਂ ਬੜਾਈਆਂ ਕਰੀ ਜਾਂਦੇ, ਉਹਨਾਂ ਦੇ ਮੰਦਰ ਬਣਾਈ ਬੈਠੇ। ਇੱਥੇ ਕੁੱਤੇ ਬਿੱਲਿਆਂ ਦੀ ਉਸਤਤੀ ਹੋਈ ਜਾਂਦੀ ਹੈ, ਉਹਨਾਂ ਦੇ ਮੰਦਰ ਬਣੇ ਬੈਠੇ ਆ। ਰਾਜਸਥਾਨ ਦੇ ਵਿੱਚ ਇੱਕ ਮੋਟਰਸਾਈਕਲ ਦਾ ਉਹਨਾਂ ਨੇ ਮੰਦਰ ਬਣਾਤਾ। ਕਿੱਧਰ ਦੀ ਇਹ ਮਾਨਸਿਕਤਾ? ਇੱਥੇ ਤਾਂ ਬਿੱਲੀਆਂ ਨੂੰ, ਸੱਪਾਂ ਨੂੰ, ਉਹਨਾਂ ਦੀ ਪੂਜਾ ਕੀਤੀ ਜਾਂਦੀ ਹੈ। ਸੱਪ ਨਿਕਲਿਆ ਵੇ ਘਰੇ ਤਾਂ ਬੀਬੀਆਂ ਕਹਿ ਰੌਲਾ ਪਾਉਂਦੇ ਨੇ, ਸੱਪ ਨਹੀਂ ਕਹੀਦਾ ਬਾਬਾ ਆ ਗਿਆ, ਬਾਬਾ ਆ ਗਿਆ। ਕੈਸੀ ਖੇਡ ਹੈ ਸਾਡੇ ਤਾਂ। ਕੁਛ ਨਹੀਂ ਸਮਝ ਲੱਗ ਰਿਹਾ, ਕਿਉਂਕਿ ਸੱਚਾਈ ਕੋਲ ਨਹੀਂ ਹੈ। ਸਾਡੇ ਅੱਜ ਸਿੱਖ ਮੱਤ ਦੇ ਜਿਹੜੇ ਪ੍ਰਚਾਰਕ ਨੇ ਉਹ ਇੰਨਾ ਰੌਲਾ ਪਾਉਂਦੇ ਆ ਜੀ ਮਟੀਆਂ ਦੀ ਪੂਜਾ ਨਾ ਕਰੋ, ਮਟੀਆਂ ਤੇ ਨਹੀਂ ਜਾਣਾ ਚਾਹੀਦਾ, ਮਟੀਆਂ ਕੁਛ ਨਹੀਂ ਹੁੰਦੀਆਂ, ਸਭ ਪਖੰਡ ਹੈ। ਪਰ ਮਟੀ ਢਾਉਣ ਕੋਈ ਵੀ ਨਹੀਂ ਜਾਂਦਾ। ਜੇ ਉਸ ਪ੍ਰਚਾਰਕ ਨੂੰ ਕਹੋ ਵੀ ਚਲੋ ਜੀ ਤੁਸੀਂ ਜਾਓ ਤੇ ਜਾ ਕੇ ਮਟੀ ਢਾ ਦਿਓ, ਫਿਰ ਉਹ ਮਟੀ ਢਾਉਣ ਵੀ ਨਹੀਂ ਜਾਂਦਾ। ਕਿਉਂ ਨਹੀਂ ਢਾਉਂਦੇ? ਜਦੋਂ ਤੁਹਾਨੂੰ ਪਤਾ ਵੀ ਸੱਚ ਹੈ ਵੀ ਮਟੀ 'ਚ ਕੁਛ ਨਹੀਂ, ਢਾ ਕੇ ਦਿਖਾਓ। ਕੋਈ ਨਹੀਂ ਢਾਉਂਦਾ, ਸਭ ਡਰਦੇ, ਕਿਉਂਕਿ ਅਸਲੀ ਸੱਚ ਕੋਲ ਨਹੀਂ ਹੈ। ਉਹਨਾਂ ਨੂੰ ਮਟੀ ਨਾਲੋਂ ਨਹੀਂ ਤੋੜਨਾ ਸੀ, ਉਹਨਾਂ ਨੂੰ ਅਸਲੀ ਮਟੀ ਦੱਸਣੀ ਸੀ ਵੀ ਆਹ ਜਿਹੜੀ ਅਸਲੀ ਮਟੀ ਹੈ ਇਹਦੀ ਪੂਜਾ ਨਾ ਕਰੋ, ਬਾਹਰ ਜੋ ਕੋ ਮਰਜ਼ੀ ਕਰੀ ਚੱਲੋ। ਅਗਲੇ ਸਾਡੇ ਤੇ ਸਵਾਲ ਕਰਨ ਲੱਗ ਗਏ ਫਿਰ ਵੀ ਜੇ ਮਟੀ ਦੀ ਪੂਜਾ ਨਹੀਂ ਕਰਨੀ ਫਿਰ ਨਿਸ਼ਾਨ ਸਾਹਿਬ ਨੂੰ ਮੱਥਾ ਕਿਉਂ ਟੇਕਦੇ ਹੋ? ਫਿਰ ਅਸੀਂ ਗੁੱਸਾ ਕਰਦੇ ਹਾਂ ਵੀ ਸਾਨੂੰ ਐਂ ਕਦੇ ਕਹਿੰਦੇ। ਉਹ ਕਹਿਣਗੇ ਕਿਉਂਕਿ ਅਸੀਂ ਉਹਨਾਂ ਨੂੰ ਰਸਤਾ ਹੀ ਗਲਤ ਦਿਖਾ ਰਹੇ ਹਾਂ। ਪਾਤਸ਼ਾਹੀਆਂ ਨੇ ਰਸਤਾ ਸਹੀ ਦਿਖਾਇਆ। ਜੇ ਪਾਤਸ਼ਾਹ ਨੇ ਤੀਰਥ ਦੀ ਕੰਡੈਮੇਸ਼ਨ ਕੀਤੀ ਹੈ ਤਾਂ ਉਹਨਾਂ ਨੂੰ ਸਹੀ ਤੀਰਥ ਵੀ ਦੱਸਿਆ। ਜੇ ਪਾਤਸ਼ਾਹ ਨੇ ਅੰਮ੍ਰਿਤ ਵੇਲੇ ਤੇ ਤਰਕ ਕੀਤਾ ਤਾਂ ਉਹਨਾਂ ਨੂੰ ਅਸਲੀ ਅੰਮ੍ਰਿਤ ਵੇਲਾ ਵੀ ਦੱਸਿਆ। ਜੇ ਪਾਤਸ਼ਾਹ ਨੇ ਕਿਹਾ ਵੀ ਰਾਮ ਰਾਮ ਕਰਤਾ ਸਭ ਜਗ ਫਿਰੇ, ਰਾਮ ਨਾ ਪਾਇਆ ਜਾਏ, ਫਿਰ ਉਹਨਾਂ ਨੂੰ ਅਸਲੀ ਰਾਮ ਵੀ ਦੱਸਿਆ, ਭਾਈ ਅਸਲੀ ਰਾਮ ਆਏ। ਅਸਲ ਵੀ ਦੱਸੋ ਨਾ ਅਗਲੇ ਨੂੰ। ਗੱਲਾਂ ਕਿਸੇ ਚੀਜ਼ ਤੇ ਤਰਕ ਕਰਨਾ ਹੀ ਚੰਗੀ ਗੱਲ ਨਹੀਂ ਹੈ। ਜੇ ਤਰਕ ਕੀਤਾ ਵੀ ਹੈ ਤਾਂ ਉਹਨੂੰ ਅਸਲ ਵੀ ਦੱਸੋ, ਭਾਈ ਅਸਲ ਗੱਲ ਆ ਹੈ। ਕੱਲੀ ਇੰਨੀ ਗੱਲ ਕਹਿਣ ਨਾਲ ਖੇੜਾ ਨਹੀਂ ਛੁੱਟਦਾ ਵੀ ਗੁਰੂ ਗ੍ਰੰਥ ਸਾਹਿਬ ਨੂੰ ਮੰਨੋ। ਦਰਗਾਹ 'ਚ ਪ੍ਰਵਾਨਤਾ ਨਹੀਂ ਹੈ। ਦਰਗਾਹ 'ਚ ਪ੍ਰਵਾਨਤਾ ਕਿ ਗੁਰੂ ਗ੍ਰੰਥ ਸਾਹਿਬ ਦੀ ਮੰਨੋ। ਹੁਕਮ ਮੰਨਿਆ ਹੋਵੇ ਪ੍ਰਵਾਨ ਹੈ। ਖਸਮੇ ਕਾ ਮਹਿਲ ਪਾਏ ਸੀ ਫੇਰ ਹੈ। ਕੱਲੇ ਗ੍ਰੰਥ ਨੂੰ ਮੰਨੀ ਜਾਣਾ, ਸਾਰਾ ਸਿੱਖ ਜਗਤ ਮੰਨੀ ਜਾਂਦਾ, ਦੱਸਣ ਕੀ ਪ੍ਰਾਪਤੀ ਹੈ? ਹੇ ਮੇਰੇ ਮਨਾ ਤੂੰ ਹੀ ਦੱਸ ਦੇ, ਚੱਲ ਤੈਨੂੰ ਕੀ ਪ੍ਰਾਪਤੀ ਹੈ? ਪਰ ਤੂੰ ਗੁਰੂ ਗ੍ਰੰਥ ਸਾਹਿਬ ਦੇ ਇੱਕ ਬਚਨ ਮੰਨ ਕੇ ਦੇਖ, ਜੇ ਨਾ ਪ੍ਰਾਪਤੀ ਹੋਵੇ ਤਾਂ ਕਹਿੰਦੀ ਉਸੇ ਵੇਲੇ ਪ੍ਰਾਪਤੀ ਹੋ, ਪਰ ਮੰਨ ਤਾਂ ਸਹੀ ਕੁਛ ਨਾ। ਮੰਨੇ ਤੋਂ ਬਿਨਾਂ ਨਹੀਂ ਹੈ। ਸੋ ਚੰਗਾ ਨੌ ਰਖਾਏ ਕਹਿ ਜਸ ਕੀਰਤ ਜਗ ਲੇ। ਸੰਸਾਰ ਦੇ ਅੰਦਰ ਪਾਤਸ਼ਾਹ ਕਹਿੰਦੇ ਬਥੇਰਾ ਤੁਸੀਂ ਨੌ ਰਖਾਉਨੇ ਹੋ ਚੰਗਾ, ਚੰਗੇ ਚੰਗੇ ਨੌ ਰਖਾਉਨੇ, ਅਸੀਂ ਵੀ ਰਖਾਉਨੇ ਆ। ਸਾਡੇ ਨਾਮਾਂ ਨਾਲ ਤਖੱਲਸ ਲੱਗਦੇ ਆ। ਅਰ ਤਖੱਲਸ ਗੁਰਬਾਣੀ ਦਾ ਸ਼ਬਦ ਲਾ ਲੈਂਦੇ ਆ। ਤੇ ਜਦੋਂ ਸਰੀਰ ਦੇ ਵਿੱਚ ਜੀਵਨ 'ਚ ਜੋਤ ਵਿਚਰਦੀ ਆ ਤਾਂ ਜੋਤ ਉਸ ਸ਼ਬਦ ਨਾਲੋਂ ਨਿਰੀ ਹੋਈ ਉਲਟ ਹੁੰਦੀ ਹੈ। ਵੈਸੇ ਤਾਂ ਨਹੀਂ ਲਾਉਣਾ ਚਾਹੀਦਾ, ਜੇ ਲਵਾਇਆ ਵੀ ਹੈ ਤਾਂ ਉਹਦੇ ਅਨੁਸਾਰ ਵੀ ਜੀਵਨ ਬਤੀਤ ਕਰਕੇ ਦਿਖਾਓ। ਜੇ ਦਾਸ ਸ਼ਬਦ ਲਿਖਾਇਆ ਵੀ ਹੈ ਤਾਂ ਦਾਸ ਵਾਲੀ ਕੁਆਲਿਟੀ ਵੀ ਦਿਖਾਓ ਨਾ। ਫਿਰ ਦਾਸ ਤਾਂ ਗੁਰੂ ਨਾਨਕ ਸਾਹਿਬ ਦੇ ਨਾਂ ਨਾਲ ਲੱਗਦਾ, ਤੇ ਗੁਰੂ ਨਾਨਕ ਸਾਹਿਬ ਵਾਲੀ ਕੁਆਲਿਟੀ ਵੀ ਦਿਖਾਓ ਨਾ ਸੰਗਤ 'ਚ। ਕੁਆਲਿਟੀ ਕੋਈ ਨਹੀਂ, ਨਾ ਲਿਖਾ ਲਿਆ। ਪੜਿਆ ਹੋਵੇ ਗੁਨਾਹਗਾਰ ਹੈ ਮਨਾ, ਫਸ ਜਾਣਾ ਤੈਂ। ਜੇ ਕੋ ਨਾਉ ਧਰਾਏ ਵੱਡਾ, ਵੱਡੇ ਵੱਡੇ ਨਾਉ ਧਰਾਏ ਨਹੀਂ ਹੋਏ ਸਾਡੇ। ਬ੍ਰਹਮ ਗਿਆਨੀ, ਸ੍ਰੀ ਸ੍ਰੀ ਬ੍ਰਹਮ ਗਿਆਨੀ, ਸ੍ਰੀ ਸ੍ਰੀ 108,
ਸ੍ਰੀ ਸ੍ਰੀ 1008, ਵਿਦਿਆ ਮਾਰਤੰਡ, ਕਰਮ ਜੋਗੀ, ਰਾਜਾ ਜੋਗੀ, ਸ਼ੰਕਰਾਚਾਰੀਆ, ਬ੍ਰਹਮ ਬੇਤਾ, ਪੰਥ ਰਤਨ, ਇਹ ਕੀ ਹੈ? ਸਿੰਘ ਸਾਹਿਬ, ਪਹਿਲੀ ਵਾਰੀ ਸ਼ਬਦ ਸੁਣਿਆ ਸਿੰਘ ਸਾਹਿਬ। ਗੁਰਬਾਣੀ ਦਾ ਕਿਤੇ ਨਹੀਂ ਆਉਂਦਾ। ਗੁਰਬਾਣੀ 'ਚ ਸਿੰਘ ਵੀ ਉਹਨੂੰ ਕਹਿੰਦੇ, ਸਾਹਿਬ ਵੀ ਉਹਨੂੰ ਹੀ ਕਹਿੰਦੇ। ਇਹਨਾਂ ਨੇ ਦੋ ਸ਼ਬਦ ਬਣਾ ਲਏ, ਸਿੰਘ ਸਾਹਿਬ, ਭਾਈ ਸਾਹਿਬ। ਹੁਣ ਭਾਈ ਵੀ ਉਹੀ ਹੈ, ਸਾਹਿਬ ਵੀ ਉਹੀ ਹੈ, ਦੋ ਸ਼ਬਦ ਕਿਵੇਂ ਲੱਗ ਗਏ? ਪਤਾ ਹੀ ਨਹੀਂ ਅਸੀਂ ਕੀ ਕੀ ਕਰੀ ਜਾ ਰਹੇ ਹਾਂ, ਕਿਉਂਕਿ ਅਸੀਂ ਗੁਰਬਾਣੀ ਤੋਂ ਤਾਂ ਬਹੁਤ ਦੂਰ ਖੜ ਕੇ ਸੋਚਦੇ ਹਾਂ। ਭਾਈ ਵੀ ਸਾਡਾ ਮੂਲ ਹੈ, ਸਾਹਿਬ ਵੀ ਸਾਡਾ ਮੂਲ ਹੈ, ਇੱਕ ਦੀ ਦੋ ਨਾਂ ਹੈ। ਉਹਨਾਂ ਦੋਨਾਂ ਨਾਵਾਂ ਨੂੰ ਬਾਹਰ ਕਿਵੇਂ ਡਿਫਾਈਨ ਕਰ ਦਾਂਗੇ? ਅਸੀਂ ਆਪਣੇ ਹਿਸਾਬ ਦੇ ਵਿੱਚ ਸਿਆਣਪ ਵਰਤਦੇ ਹਾਂ, ਪਰ ਇਹ ਸਾਡੀ ਸਿਆਣਪ ਨਹੀਂ ਹੈ। ਸਹਿ ਸਿਆਣਪਾਂ ਲੱਖ ਹੋਏ, ਤਾਂ ਹੀ ਪਾਤਸ਼ਾਹ ਨੇ ਲਿਖਿਆ ਸੀ ਵੀ ਇਹ ਸਿਆਣਪਾਂ ਨਾ ਵਰਤੋ, ਕਿਉਂਕਿ ਉਸ ਵੇਲੇ ਵੀ ਪੰਡਤ ਨਾਲ ਸਿਆਣਪਾਂ ਵਰਤੀਆਂ ਜਾਂਦੀਆਂ ਸੀ। ਪੰਡਤਾਂ ਨੂੰ ਬੜੇ ਉੱਚੇ ਅਹੁਦਿਆਂ ਨਾਲ ਨਵਾਜਿਆ ਜਾਂਦਾ ਸੀ। ਕਹਿੰਦੇ ਇੱਕ ਨਾ ਚੱਲੇ ਨਾਲ, ਇਹ ਨਹੀਂ ਨਾਲ ਚੱਲਣੀਆਂ। ਅਸੀਂ ਕਹਿੰਦੇ ਵੀ ਸਤਿਕਾਰਯੋਗ ਸ਼ਬਦ ਨੇ, ਇਹ ਸਤਿਕਾਰਯੋਗ ਸ਼ਬਦ ਨਹੀਂ ਹੈ। ਇਹ ਤਾਂ ਅਗਲੇ ਦਾ ਜੀਵਨ ਖਰਾਬ ਕਰਨ ਵਾਲੀ ਗੱਲ ਹੈ, ਜਾਂ ਆਪਣਾ ਜੀਵਨ ਖਰਾਬ ਕਰਨ ਵਾਲੀ ਗੱਲ ਹੈ। ਜਿਵੇਂ ਇੱਕ ਵਾਰੀ ਮੈਨੂੰ ਇੱਥੇ ਕਿਸੇ ਬੰਦੇ ਨੇ ਕਿਹਾ ਵੀ ਤੂੰ ਤਾਂ ਬਹੁਤ ਵੱਡਾ ਗੁਰਮੁਖ ਹੈ, ਤੂੰ ਇੰਨੀ ਵਧੀਆ ਵਿਆਖਿਆ ਕਰਦਾ। ਮੈਂ ਉਹਨੂੰ ਉਸੇ ਵੇਲੇ ਰੋਕਿਆ, ਮੈਂ ਕਿਹਾ ਦੇਖ, ਅੱਜ ਕਹਿਤਾ, ਅੱਜ ਤੋਂ ਬਾਅਦ ਗੁਰਮੁਖ ਨਾ ਕਹੀ। ਕਹਿੰਦਾ ਕਿਉਂ? ਤੂੰ ਗੁਰਮੁਖ ਨਹੀਂ? ਮੈਂ ਕਿਹਾ ਮੈਂ ਨਹੀਂ ਗੁਰਮੁਖ। ਮੈਂ ਕਿਹਾ ਤੈਨੂੰ ਪਤਾ ਗੁਰਮੁਖ ਕਿਹਨੂੰ ਕਹਿੰਦੇ ਆ? ਕਹਿੰਦਾ ਜੀ ਤੁਸੀਂ ਪਾਠ ਕਰਦੇ ਹੋ, ਗੁਰਦੁਆਰੇ ਰਹਿੰਦੇ ਹੋ, ਸੰਤਾਂ ਕੋਲ ਰਹਿੰਦੇ, ਗੁਰਮੁਖ ਕੀ ਹੈ? ਮੈਂ ਕਿਹਾ ਵੀ ਮੈਂ ਬਾਕੀਆਂ ਦੀ ਗੱਲ ਨਹੀਂ ਕਰਦਾ, ਮੈਂ ਤੈਨੂੰ ਆਪਣੀ ਗੱਲ ਕਹਿੰਦਾ। ਪਾਠ ਕਰਨਾ ਗੁਰਮੁਖ ਨਹੀਂ ਬਣਦਾ। ਕਹਿੰਦਾ ਬਾਈ ਜੀ ਤੁਸੀਂ ਤਾਂ ਕੁਛ ਹੋਰ ਹੀ ਕਹਿੰਦੇ। ਮੈਂ ਕਿਹਾ ਮੈਂ ਸਪਸ਼ਟ ਕਹਿੰਦਾ, ਇੱਕ ਬੱਚਾ ਕਿਤਾਬ ਪੜ੍ਹੀ ਜਾਂਦਾ ਕਿ ਕਿਤਾਬ ਪੜ੍ਹ ਕੇ ਪਾਸ ਹੋ ਜੂ? ਕਹਿੰਦਾ ਜੀ ਨਹੀਂ। ਮੈਂ ਕਿਹਾ ਮੈਂ ਗੁਰਬਾਣੀ ਪੜ੍ਹਦਾ, ਕੀ ਮੈਂ ਗੁਰਮੁਖ ਬਣ ਗਿਆ? ਤੇ ਗੁਰਬਾਣੀ ਤਾਂ ਕਹਿੰਦੀ ਪੜ੍ਹਿਆ ਨਾ ਹੀ ਭੇਦ, ਬੁੱਝਿਆ ਪਾਵਣਾ। ਮੈਂ ਕਿਹਾ ਗੁਰਮੁਖ ਗੁਰੂ ਨਾਨਕ ਸਾਹਿਬ ਸੀ, ਕਿਉਂਕਿ ਗੁਰਮੁਖ ਨਾਦੰਗ ਲਿਖਿਆ ਹੋਇਆ, ਜਿਹਦੇ ਅੰਦਰ ਧੁਰ ਕੀ ਬਾਣੀ ਪ੍ਰਗਟ ਆ, ਉਹ ਹੈ ਗੁਰਮੁਖ। ਗੁਰਮੁਖ ਵੇਦੰਗ, ਔਰ ਉਹਦੀ ਨਿਸ਼ਾਨੀ ਆ, ਉਹ ਵੇਦ ਵੀ ਲਿਖਦਾ, ਉਹ ਬ੍ਰਹਮ ਦੀ ਸੋਝੀ ਵੀ ਕਰਾਉਂਦਾ। ਮੈਂ ਕਿਹਾ ਦੱਸ ਮੈਂ ਕੀ ਕਰਾਇਆ? ਕਹਿੰਦਾ ਬਾਈ ਜੀ ਤੁਹਾਡੀਆਂ ਤਾਂ ਗੱਲਾਂ ਹੀ ਹੋਰ ਨੇ। ਮੈਂ ਕਿਹਾ ਮੇਰੀਆਂ ਗੱਲਾਂ ਨਹੀਂ ਹੋਰ, ਗੱਲਾਂ ਗੁਰਬਾਣੀ ਦੀਆਂ ਹੋਰ ਨੇ। ਐਵੇਂ ਨਹੀਂ ਕਹਿਣਾ ਚਾਹੀਦਾ, ਮੈਨੂੰ ਨਾ ਕਹਿ, ਮੈਂ ਗੁਨਾਹਗਾਰ ਹਾਂ। ਜਿੱਥੇ ਮਰਜ਼ੀ ਕਹਿ, ਮੈਂ ਉੱਥੇ ਕਹਿਣ ਨੂੰ ਤੇਰਾ ਮੈਂ ਗੁਨਾਹਗਾਰ ਹਾਂ, ਕਿਉਂਕਿ ਮੈਂ ਗੁਨਾਹ ਕਰਦਾ, ਮੈਂ ਹੁਕਮ 'ਚ ਨਹੀਂ ਚੱਲਦਾ, ਮੈਂ ਭਾਣਾ ਨਹੀਂ ਮੰਨਦਾ, ਮੈਂ ਗੁਰਬਾਣੀ ਦੀ ਗੱਲ ਨਹੀਂ ਮੰਨਦਾ। ਮੈਂ ਗ੍ਰੰਥ ਨੂੰ ਜ਼ਰੂਰ ਮੰਨਦਾ, ਪਰ ਗ੍ਰੰਥ ਦੀ ਗੱਲ ਨਹੀਂ ਮੰਨਦਾ। ਔਰ ਗੁਨਾਹਗਾਰ ਇਸ ਕਰਕੇ ਕਿ ਮੈਨੂੰ ਪਤਾ ਵੀ ਜਿੰਨਾ ਚਿਰ ਮੈਂ ਗ੍ਰੰਥ ਦੀ ਗੱਲ ਨਹੀਂ ਮੰਨਦਾ, ਉਨਾ ਚਿਰ ਮੈਂ ਗੁਨਾਹਗਾਰ ਹਾਂ। ਜਿੱਦਣ ਮੈਂ ਗ੍ਰੰਥ ਦੀ ਗੱਲ ਮੰਨ ਲਈ, ਗੁਰਬਾਣੀ ਦੀ ਗੱਲ ਮੰਨ ਲਈ, ਉਦਣ ਤੋਂ ਮੈਨੂੰ ਗੁਰਮੁਖ ਕਹਿ ਸਕਦਾ ਵੀ ਹਾਂ ਤੂੰ ਗੁਰਮੁਖ ਹੈ। ਪਰ ਗ੍ਰੰਥ ਦੀ ਗੱਲ ਮੰਨਣੀ ਸਿਰ ਦੇਣ ਦੇ ਬਰਾਬਰ ਹੈ। ਪਹਿਲਾਂ ਮਰਨ ਕਬੂਲ ਹੈ, ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣਕਾ, ਤੋ ਆਓ ਹਮਾਰੇ ਪਾਸ, ਤਾਂ ਕਿਤੇ ਜਾ ਕੇ ਗੁਰਮੁਖ ਬਣਦਾ ਹੈ। ਸੋ ਨਹੀਂ ਇਸ ਤਰ੍ਹਾਂ ਦੇ ਸ਼ਬਦ ਵਰਤਣੇ ਚਾਹੀਦੇ। ਜੇ ਕੋ ਨੌ ਧਰਾਏ ਵੱਡਾ, ਸਾਧ ਕਰੇ ਮਨ ਪਾਣੇ। ਫਿਰ ਇਹ ਨਹੀਂ ਵੀ ਚਲੋ ਨਾ ਹੀ ਵੱਡਾ ਧਰਾ ਲਿਆ, ਫਿਰ ਸਾਧ ਕਰੇ ਮਨ ਪਾਣੇ, ਫਿਰ ਮਨ ਭਾਉਣੇ, ਜੋ ਮਨ ਨੂੰ ਚੰਗੀਆਂ ਲੱਗਦੀਆਂ ਨੇ ਉਹ ਚੀਜ਼ਾਂ ਵਰਤਦਾ। ਨੌ ਪਰਮੇਸ਼ਰ ਦਾ ਲੈਂਦਾ, ਵਰਤਦਾ ਆਪ ਹੈ। ਮਨ ਭਾਉਂਦੀਆਂ ਇੱਛਾਵਾਂ, ਆਪਣੇ ਅੰਦਰੋਂ ਇੱਛਾ ਉੱਠਦੀ ਹੈ ਵੀ ਮੈਨੂੰ ਆਹ ਚੀਜ਼ ਚਾਹੀਦੀ ਹੈ ਖਾਣ ਨੂੰ, ਨੌ ਗੁਰੂ ਸਾਹਿਬ ਦਾ ਲੈ ਦੇਣਾ। ਵਰਤਣੀ ਚੀਜ਼ ਆਪ ਹੈ, ਨੌ ਗੁਰੂ ਸਾਹਿਬ ਦਾ। ਨਹੀਂ ਕਰਨਾ ਚਾਹੀਦਾ ਇਸ ਤਰ੍ਹਾਂ। ਜਿਹੜੀ ਚੀਜ਼ ਤੁਸੀਂ ਆਪ ਵਰਤਣੀ, ਸਿੱਧੀ ਕਹੋ ਵੀ ਮੈਨੂੰ ਆਹ ਚੀਜ਼ ਮੇਰੇ ਵਾਸਤੇ ਚਾਹੀਦੀ ਹੈ। ਜਿਹੜੀ ਗੁਰੂ ਸਾਹਿਬ ਵਾਸਤੇ ਕੋਈ ਚੀਜ਼, ਜੇ ਪੈਸਾ ਵੀ ਲੈਤਾ ਨਾ ਕਿਸੇ ਤੋਂ, ਗੁਰੂ ਸਾਹਿਬ ਦਾ ਨਾਮ ਲੈ ਕੇ, ਤਾਂ ਉਹ ਸਾਰਾ ਪੈਸਾ ਗੁਰੂ ਸਾਹਿਬ ਲਈ ਵਰਤਣਾ ਚਾਹੀਦਾ, ਆਪਣੇ ਲਈ ਨਹੀਂ ਵਰਤਣਾ ਚਾਹੀਦਾ। ਜਾਂ ਵੱਖਰਾ ਲਵੋ ਵੀ ਆਹ ਪੈਸੇ ਗੁਰੂ ਸਾਹਿਬ ਵਾਸਤੇ ਨੇ, ਆਹ ਪੈਸੇ ਭਾਈ ਮੈਨੂੰ ਲੋੜ ਹੈ ਇਸ ਚੀਜ਼ ਦੀ, ਤੇਰਾ ਮਨ ਮੰਨਦਾ ਮੈਨੂੰ ਦੇ ਦੇ, ਨਹੀਂ ਮਨ ਮੰਨਦਾ ਤਾਂ ਵੀ ਕੋਈ ਗੱਲ ਨਹੀਂ।
ਫਿਰ ਅਗਲੇ ਦੇ ਨਾਲ ਧੋਖਾ ਤਾਂ ਨਹੀਂ ਹੋਊ, ਨਾ ਸਵੈਮ ਆਪਣੇ ਨਾਲ ਧੋਖਾ ਹੋਊ। ਜੇ ਉਹਨੂੰ ਪੁੱਗਦਾ ਹੋਊ ਤਾਂ ਤੈਨੂੰ ਦੇ ਦੂ, ਤੇਰੇ ਨਾ ਸਹੀ, ਤੂੰ ਆਪਣੀ ਲੋੜਾਂ ਘਟਾ ਲਾ। ਪਰ ਜੇ ਤੂੰ ਗੁਰੂ ਸਾਹਿਬ ਦਾ ਨਾਮ ਲੈ ਕੇ ਅਗਲੇ ਤੋਂ 20,000 ਲੈ ਕੇ ਤੇ ਗੁਰੂ ਸਾਹਿਬ ਦੇ ਕੰਮ ਲਈ ਲਾਇਆ 2,000 ਤੇ 18 ਵਰਤੇ ਆਪਣੇ ਲਈ, ਫਿਰ ਦਰਗਾਹ ਦੇ ਵਿੱਚ ਸੱਚੇ ਪਾਤਸ਼ਾਹ ਕਹਿੰਦੇ ਤੈਨੂੰ ਭੁਗਤਣਾ ਪਊਗਾ। ਇੱਥੇ ਨਹੀਂ, ਦਰਗਾਹ 'ਚ ਸਿੱਧਾ ਲਿਖਿਆ ਪਾਤਸ਼ਾਹ, ਸਾਧ ਕਰੇ ਮਨ ਭਾਣੇ, ਮਨ ਭਾਉਂਦੇ ਸਾਧ ਕਰੇ ਕਹਿੰਦੇ। ਫਿਰ ਕਿਉਂ? ਖਸਮੈ ਨਦਰੀ ਕੀੜਾ ਆਵੈ, ਹੇ ਮੇਰੇ ਮਨਾ ਸੱਚੇ ਦੀ ਦਰਬਾਰ ਵਿੱਚ ਕੀੜਾ ਗਿਣਨਗੇ ਤੈਨੂੰ ਉਹ। ਜੇਤੇ ਚੁਗੈ ਦਾਣੇ ਕਹਿੰਦੇ, ਫਿਰ ਦੇਖ ਲਾ, ਫਿਰ ਦਾਣੇ ਚੁਗਣੇ ਕਿੰਨਾ ਸਮਾਂ ਪੈਂਦੇ ਆ? 84 ਲੱਖ ਜੂਨ ਭੁਗਤਣੀ ਪੈਂਦੀ ਹੈ। ਉਹਦੇ ਵਿੱਚ ਵੀ ਦਾਣੇ ਚੁਗਦਾ ਹੀ ਹੁੰਦਾ। ਤਾਂ ਹੀ ਤਾਂ ਹੇ ਮੇਰੇ ਮਨਾ ਤੂੰ ਕਹਿਣਾ ਵੀ ਇੱਥੇ ਤਾਂ ਅੰਨ ਪਾਣੀ ਚੁਗਣ ਆਏ ਆ ਜੀ, ਦਾਣਾ ਪਾਣੀ ਖਾਣ ਆਏ ਆ। ਇੱਥੇ ਦਾਣਾ ਪਾਣੀ ਖਾਣ ਨਹੀਂ ਆਏ, ਇੱਥੇ ਸੱਚ ਖਾਣ ਆਏ ਆ। ਸਾਡੇ ਧਾਰਮਿਕ ਆਗੂ ਵੀ ਕਹੀ ਜਾਂਦੇ ਆ ਵੀ ਜਹਾਂ ਦਾਣੇ ਤਹਾਂ ਖਾਣੇ। ਉੱਥੇ ਕੁਝ ਲਿਖਿਆ ਹੋਰ ਹੋਇਆ, ਉਹਦਾ ਪ੍ਰਚਾਰ ਕੁਝ ਹੋਰ ਕਰੀ ਜਾਂਦੇ। ਪਤਾ ਨਹੀਂ ਅਸੀਂ ਕਿਉਂ ਇਸ ਤਰ੍ਹਾਂ ਕਰਦੇ ਹਾਂ। ਨਹੀਂ ਕਰਨਾ ਚਾਹੀਦਾ। ਅਗਲੇ ਨੂੰ ਸਪਸ਼ਟ ਸੱਚ ਦੱਸਣਾ ਚਾਹੀਦਾ, ਭਾਈ ਸੱਚ ਆਏ, ਮੰਨਣਾ ਨਾ ਮੰਨਣਾ ਤੇਰੀ ਮਰਜ਼ੀ ਹੈ। ਪਾਤਸ਼ਾਹੀਆਂ ਨੇ ਵੀ ਇਹੀ ਗੱਲ ਆਖੀ ਹੈ, ਪੰਡਤਾਂ ਨੂੰ ਵੀ, ਜੋਗੀਆਂ ਨੂੰ ਵੀ, ਦੇਖੋ ਸੱਚ ਆਏ ਭਾਈ। ਬਾਕੀ ਤੁਹਾਡੀ ਖੁਸ਼ੀ ਹੈ, ਤੁਸੀਂ ਸਾਡੇ ਪਰਿਵਾਰਕ ਮੈਂਬਰ ਹੋ। ਅਸੀਂ ਨਹੀਂ ਚਾਹੁੰਦੇ ਵੀ ਤੁਹਾਡਾ ਬੁਰਾ ਹੋਵੇ, ਤੁਹਾਡਾ ਭਲਾ ਹੋਵੇ। ਸਤਿਗੁਰ ਸਭਨਾਂ ਦਾ ਭਲਾ ਮਨਾਏਦਾ, ਅਸੀਂ ਤਾਂ ਤੁਹਾਡਾ ਭਲਾ ਚਾਹੁੰਦੇ ਹਾਂ। ਤਿਸ ਦਾ ਬੁਰਾ ਕਿਉਂ? ਵੀ ਤੁਹਾਡਾ ਬੁਰਾ ਨਹੀਂ ਹੋਣਾ ਚਾਹੀਦਾ। ਵੀ ਤੁਸੀਂ ਝੂਠ ਨਾ ਬੋਲੋ, ਨਿੰਦਿਆ ਨਾ ਕਰੋ, ਚੁਗਲੀ ਨਾ ਕਰੋ, ਈਰਖਾ ਨਾ ਕਰੋ। ਕਾਹਦੇ ਵਾਸਤੇ ਈਰਖਾ ਕਰਦੇ ਹੋ? ਆਹ ਸਰੀਰ ਵਾਸਤੇ, ਇਹ ਸਰੀਰ ਨੂੰ ਬਚਾਉਣ ਦੇ ਲਈ। ਇਹਨੇ ਨਹੀਂ ਬਚਣਾ। ਇਹ ਤਨ ਜਾਏਗੋ ਕਬਨੇ ਮਾਰਗ ਲਾਏ, ਇਹਨੇ ਛੱਡਣਾ ਹੀ ਪੈਣਾ ਹੈ, ਚਾਹੇ ਜ਼ੋਰ ਲਾ ਲਓ। ਜੇ ਜਿਹੜੀ ਚੀਜ਼ ਛੱਡ ਕੇ ਹੀ ਜਾਣੀ ਹੈ, ਉਹਦੇ ਲਈ ਜੀਵਨ ਵਿਅਰਥ ਕਿਉਂ ਗਵਾਉਣਾ? ਕਹਿੰਦੇ ਜਿਹੜੀ ਚੀਜ਼ ਨੇ ਸਦਾ ਰਹਿਣਾ, ਸਾਰਾ ਜ਼ੋਰ ਉਹ 'ਤੇ ਕਿਉਂ ਨਹੀਂ ਲਾਉਂਦੇ? ਨਾਲੇ ਤਾਂ ਲੋਕਾਂ ਨੂੰ ਇਹ ਵੀ ਗੱਲ ਕਹਿੰਦੇ ਹੋ ਕਿ ਤਾਂ ਪੱਥਰ ਵਿੱਚ ਵੀ ਕੀੜੇ ਨੂੰ ਦੇ ਦਿੰਦਾ ਹੈ। ਦੂਜੇ ਨੂੰ ਉਪਦੇਸ਼ ਇਹ ਦਿੰਦੇ ਹੋ ਵੀ ਪਰਮੇਸ਼ਰ ਪੱਥਰ ਵਿੱਚ ਵੀ ਕੀੜੇ ਨੂੰ ਦੇ ਦਿੰਦਾ, ਪਰ ਆਪਣੇ ਖਾਣ ਵਾਸਤੇ ਕਿਉਂ ਠੱਗੀ ਮਾਰਦੇ ਹੋ? ਕਿਉਂ ਕਿਸੇ ਦੀ ਭਾਵਨਾ ਨਾਲ ਖੇਡਦੇ ਹੋ? ਕਿਉਂ ਕਿਸੇ ਨੂੰ ਭਰਮ 'ਚ ਪਾਉਂਦੇ ਹੋ? ਖਸਮੈ ਨਦਰੀ ਕੀੜਾ ਆਵੈ, ਹੇ ਮੇਰੇ ਮਨਾ ਆਹ ਫੈਸਲਾ ਸੱਚਾ ਪਰਮੇਸ਼ਰ ਦਾ, ਇਹ ਤੋਂ ਤੂੰ ਮੁਨਕਰ ਨਹੀਂ ਹੋ ਸਕਦਾ। ਖਸਮ ਦੀ ਨਿਗਾਹ ਦੇ ਵਿੱਚ ਤੂੰ ਕੀੜਾ ਹੀ ਰਹਿ ਜਾਏਗਾ। ਇੱਥੇ ਭਾਵੇਂ ਤੂੰ ਜਿੱਡਾ ਮਰਜ਼ੀ ਸੰਤ ਮਹਾਤਮਾ ਬਣ ਜਾਏ, ਕੋਸੇ ਨੇ ਨਹੀਂ ਪੁੱਛਣਾ। ਚੰਗਾ ਨਾਮ ਰਖਾਏ ਕਹਿ ਜਸ ਕੀਰਤ ਜਗ ਲੈ, ਜੱਗ 'ਚ ਭਾਵੇਂ ਜਿੱਡੀ ਮਰਜ਼ੀ ਮਹਿਮਾ ਕਰਵਾ ਲੈ, ਤੇ ਜੇ ਤਿਸ ਨਦਰ ਨਾ ਆਵੇ ਤਾਂ ਬਾਤ ਨਾ ਪੁੱਛੇ। ਕੋਈ ਬਾਤ ਨਹੀਂ ਪੁੱਛਦਾ। ਫਿਰ ਉੱਥੇ ਕੀ ਥਾਓ ਨਾ ਹੋ ਬਈ ਪਾਉਂਦੀ, ਹੁਣ ਸੁਣੀਏ ਕਿਆ ਰਵਾਇਆ। ਉੱਥੇ ਥਾਂ ਨਹੀਂ ਲੱਭਣੀ ਮਨਾ। ਕੋਈ ਨਹੀਂ ਪੁੱਛ ਸਕਦਾ, ਕੋਈ ਨਾ ਪੁੱਛੇ ਤੇਰੀ ਬਾਤ। ਉੱਥੇ ਕਿਹਨੇ ਬਾਤ ਪੁੱਛਣੀ? ਕੌਣ ਹਵਾਲ ਹੋਏਗੋ ਤੇਰਾ? ਕੌਣ ਤੇਰਾ ਹਵਾਲਾ ਦਊਗਾ? ਵਿੱਚ ਨਾ ਕੋਈ ਕਰ ਸਕੇ, ਕਿਸਥੈ ਰੋਵੇ ਰੋਜ਼। ਉੱਥੇ ਕੋਈ ਕੁਛ ਨਹੀਂ ਹੈ। ਤੇਰੀ ਜੋਤ ਖੜੀ ਹੋਊਗੀ, ਸਾਰੀਆਂ ਸੱਚਖੰਡ ਵਾਲੀਆਂ ਜੋਤਾਂ ਹੋਣਗੀਆਂ। ਜਿੰਨੀਆਂ ਨਾਲ ਠੱਗੀਆਂ ਮਾਰ ਕੇ ਗਿਆ ਇੱਥੇ ਧਰਮ ਦੇ ਨਾਂ ਤੋਂ ਭਾਵ ਸਾਗਰ ਵਿੱਚ, ਉਹ ਵੀ ਸਾਰੀਆਂ ਜੋਤਾਂ ਤੈਨੂੰ ਦੇਖਦੀਆਂ ਹੋਣਗੀਆਂ। ਇਹ ਵੀ ਤੈਨੂੰ ਲਾਹਣਤਾਂ ਪਾਉਣਗੇ, ਸੱਚਖੰਡ ਵਾਲੇ ਵੀ ਲਾਹਣਤਾਂ ਪਾਉਣਗੇ, ਤੇਰੀ ਖੁਦ ਆਪਣੀ ਆਤਮਾ ਵੀ ਲਾਹਣਤਾਂ ਪਾਊਗੀ। ਮੈਂ ਬਸ ਆਹੀ ਕੁਛ ਕੱਟ ਕੇ ਲਿਆਇਆ। ਅੰਗ 426 ਉੱਪਰ ਵੀ ਪਾਤਸ਼ਾਹ ਕਹਿੰਦਾ, ਬਿਨ ਨਾਵੈ ਸਭ ਨੀਚ ਜਾਤ ਹੈ, ਬਿਸਟਾ ਕਾ ਕੀੜਾ ਹੋਏ। ਜੇ ਹੁਕਮ ਵਿੱਚ ਨਾ ਆਇਆ ਮਨਾ, ਭਾਵ ਹੁਕਮ ਬੁੱਝਿਆ ਹੀ ਨਾ ਗਿਆ, ਤਾਂ ਫਿਰ ਕੀ ਹੋਊ? ਜੋਤ ਨੇ ਤ੍ਰੇਤੇ ਦੇ ਵਿੱਚ ਚਲੇ ਜਾਣਾ, ਭਰਮ ਉਵੇਂ ਦਾ ਉਵੇਂ ਲੈ ਕੇ ਚਲੇ ਜਾਣਾ। ਤਾਂ ਕਿਸੇ ਨੇ ਤੇਰੀ ਬਾਤ ਨਹੀਂ ਪੁੱਛਣੀ। ਭਾਵ ਜਦੋਂ ਸਰੀਰ ਰੂਪੀ ਕੱਪੜਾ ਛੱਡ ਦਿੱਤਾ ਨਾ, ਤਾਂ ਜੋਤੀ ਨੇ ਜਾਗ ਜਾਣਾ। ਤੇ ਜਦੋਂ ਉਹਨੂੰ ਜਾਗੀ ਤੇ ਪਤਾ ਲੱਗਣਾ ਵੀ ਮੈਂ ਤਾਂ ਗਈ ਸੀ ਕਾਰਜ ਸਵਾਰਨ ਵਾਸਤੇ, ਆ ਮੈਲ ਲਾਉਣ ਵਾਸਤੇ, ਬਦਬੂ ਫੇਰ ਉਵੇਂ ਦੀ ਉਵੇਂ ਆ ਰਹੀ ਹੈ। ਤਾਂ ਫਿਰ ਪਛਤਾਵਾ ਹੋਊਗਾ।
ਮਤ ਸ਼ਰਮਿੰਦਾ ਥੀਮਦੀ ਸਾਈਂ ਦੇ ਦਰਬਾਰ। ਫਿਰ ਤਾਂ ਸ਼ਰਮਿੰਦਗੀ ਹੋਊਗੀ ਓ ਹੋਊਗੀ, ਪਾਜ ਉੱਗੜ ਜਾਣਾ ਹੈ। ਤਾਂ ਕਬੀਰ ਸਾਹਿਬ ਜੀ ਤਾਂ ਹੀ ਕਹਿੰਦੇ ਆ ਨਾ, ਤਬ ਜਾਣੋਗੇ ਜਬ ਉਗਰੋਗੋ ਪਾਜ ਬਿਨ ਨਾਵੈ, ਭਾਵ ਕਿ ਆਤਮਿਕ ਸੁਗਿਆਨ ਤੋਂ ਬਿਨਾ ਜਗ ਕਮਲਾ ਫਿਰੈ। ਸੁਰਤ ਹਿਰਦੇ ਦੇ ਵਿੱਚ ਗੀੜੇ ਦੇਈ ਜਾਂਦੀ ਹੈ, ਕਮਲੀ ਹੋਈ ਫਿਰਦੀ ਹੈ, ਕਦੇ ਉੱਧਰ ਨੂੰ ਜਾਂਦੀ ਹੈ, ਕਦੇ ਉੱਧਰ ਨੂੰ ਜਾਂਦੀ ਹੈ। ਕੋਈ ਕਹਿੰਦਾ ਐਂ ਕਰ ਲਓ, ਉੱਧਰ ਨੂੰ ਤੁਰ ਪੈਂਦੀ ਹੈ, ਕੋਈ ਕਹਿੰਦਾ ਆਹ ਕਰ ਲਓ, ਉੱਧਰ ਨੂੰ ਤੁਰ ਪੈਂਦੀ ਹੈ। ਮਟੀ ਤੇ ਵੀ ਮੱਥਾ ਟੇਕ ਕੇ ਆਉਣਾ, ਗੁਰਦੁਆਰੇ ਵੀ ਚਲੇ ਜਾਣਾ, ਮੰਦਰ ਨੂੰ ਵੀ, ਮਸਜਿਦ ਨੂੰ ਵੀ, ਸਾਰਾ ਕੁਝ ਬਾਹਰ ਮੰਨਿਆ ਹੋਇਆ। ਜਿਹੜਾ ਅਸਲੀ ਮੰਦਰ ਹੈ ਉਹ ਹੀ ਖੁਦਾ ਆਪ ਹੈ। ਮਨ ਮੰਦਰ, ਮਨ ਤਾਂ ਮੰਦਰ ਹੈ। ਮੰਦਰ ਦੀ ਪੂਜਾ ਨਹੀਂ ਕਰੀਦੀ, ਮੰਦਰ ਦੇ ਵਿੱਚ ਜਿਹੜਾ ਦੇਵ ਬੈਠਾ ਉਹਦੀ ਪੂਜਾ ਕਰੀਦੀ। ਸਾਨੂੰ ਤਾਂ ਇੰਨਾ ਵੀ ਨਹੀਂ ਪਤਾ। ਅਸੀਂ ਮੰਦਰ ਦੀ ਉਸਤਤੀ ਕਰਦੇ ਹਾਂ, ਜਿਹੜਾ ਮੰਦਰ ਦੇ ਵਿੱਚ ਬੈਠਾ ਉਹਦਾ ਪਤਾ ਹੀ ਨਹੀਂ ਕੁਛ। ਮਨ ਮੰਦਰ ਤਨ ਵੇਸ ਕਲੰਦਰ, ਉਹਦੇ ਅੰਦਰ ਵੇਸ ਹੈ ਕਲੰਦਰ ਦਾ, ਜਿਹਦੀ ਕਲਾ ਵਰਤਦੀ ਹੈ। ਕਲੰਦਰ ਮਨ ਦੇ ਅੰਦਰ। ਘਟ ਹੀ ਤੀਰਥ ਨਾਵਾ, ਉਹ ਹੈ ਘਟ ਹਿਰਦਾ, ਉਹਦੇ ਅੰਦਰ ਤੀਰਥ। ਬੁੱਧੀ ਨੂੰ ਆਖਿਆ ਕਿ ਆਪਣੇ ਮਨ ਨੂੰ ਉੱਥੇ ਲੈ ਕੇ ਜਾ, ਜਿਹੜਾ ਰਥ ਤੈਨੂੰ ਚਲਾ ਰਿਹਾ। ਨਾਵਾ, ਉੱਥੇ ਜਾ ਕੇ ਨਾਮ ਦੀ ਪ੍ਰਾਪਤੀ ਹੋਣੀ ਹੈ ਬੁੱਧੀ ਨੂੰ। ਉਧਰ ਤਾਂ ਜਾ ਹੀ ਨਹੀਂ ਰਿਹਾ ਮਨਾ ਤੂੰ। ਥੋੜ੍ਹੀ ਜਿਹੀ ਵਿਚਾਰ ਆਪਾਂ ਇਸ ਸ਼ਬਦ ਦੀ ਵੀ ਕਰੀਏ ਕਿ ਜਸ ਕੀਰਤ ਜਗ ਲੈ। ਇਹ ਗੁਰਬਾਣੀ ਵਾ ਸੱਚਖੰਡ ਕੀਰਤੀ ਕਿਹਨੂੰ ਕਹਿੰਦੀ ਹੈ? ਉੱਥੇ ਜਸ ਦਾ ਕੀ ਮਤਲਬ ਹੈ? ਅੰਗ 82 ਦੇ ਉੱਪਰ ਪਾਤਸ਼ਾਹ ਕਹਿੰਦੇ ਆ, ਜਨ ਨਾਨਕ ਬ੍ਰਹਮ ਪਛਾਣਿਆ ਹਰ ਕੀਰਤੀ ਕਮਾਓ। ਹੁਣ ਇੱਥੇ ਜਿਹੜਾ ਨਾਨਕ ਸ਼ਬਦ ਉਹਦੇ ਕੱਕੇ ਨੂੰ ਸਿਹਾਰੀ ਹੈ। ਜਿਹੜੀ ਆਤਮਾ ਨੇ ਆਪਣੇ ਆਪ ਬ੍ਰਹਮ ਨੂੰ ਪਛਾਣ ਲਿਆ, ਆਪਣੇ ਮੂਲ ਨੂੰ ਪਛਾਣ ਲਿਆ, ਕਿਉਂਕਿ ਆਤਮਾ ਦੇ ਦੁਆਰਾ ਹੀ ਪਛਾਣ ਹੋਣਾ, ਮਨ ਨੇ ਹੀ ਆਪਣੇ ਮੂਲ ਨੂੰ ਜਾਣਨਾ। ਹਰ ਕੀਰਤ ਕਮਾਓ। ਉਹ ਜਿਹੜਾ ਮੂਲ ਹੈ, ਜਿਹੜਾ ਬ੍ਰਹਮ ਹੈ, ਉਹ ਹਰ ਹੈ। ਉਹ ਜੋ ਸਾਨੂੰ ਕੁਛ ਬੋਲਦਾ, ਉਹਦੀ ਜਿਹੜੀ ਕਮਾਈ ਹੈ ਉਹ ਕੀਰਤੀ ਹੈ। ਜੈ ਘਰ ਕੀਰਤ ਆਖੀਏ, ਕਰਤੇ ਕਾ ਹੋਏ ਵਿਚਾਰੋ। ਜਿੱਥੇ ਹੁਕਮ ਦੀ ਵਿਚਾਰਨਾ ਚੱਲਿਆ ਜਾਂਦਾ ਹੈ, ਹੁਕਮ ਦੇ ਅਨੁਸਾਰ ਜਦੋਂ ਸੁਰਤ ਚੱਲਦੀ ਹੈ, ਉਹ ਕੀਰਤੀ ਕਰਦੀ ਹੈ। ਅੰਗ 266 ਉੱਪਰ ਵੀ ਪਾਤਸ਼ਾਹ ਕਹਿੰਦੇ, ਸਗਲ ਬਾਨੀ ਮੈਂ ਅੰਮ੍ਰਿਤ ਬਾਨੀ, ਹਰ ਕੋ ਜਸ ਰਸਨ ਬਖਾਨੀ। ਸਗਲ ਬਾਨੀ ਮੈਂ, ਹੁਣ ਬਾਣੀਆਂ ਤਾਂ ਇੱਥੇ ਵੀ ਬਹੁਤ ਨੇ, ਪਰ ਸਾਰੀਆਂ ਬਾਣੀਆਂ ਦੇ ਵਿੱਚੋਂ ਇੱਕ ਬਾਣੀ ਸ੍ਰੇਸ਼ਟ ਵੀ ਹੈ, ਉਹ ਅੰਮ੍ਰਿਤ ਬਾਣੀ ਹੈ, ਉਹ ਹੈ ਤੁਰਕੀ ਬਾਣੀ। ਹਰ ਕੋ ਜਸ ਸੁਣੀ ਰਸਨ ਬਖਾਨੀ। ਉਹ ਹਰ ਕਾ ਜਸ ਹੈ, ਉਹ ਸੁਣਿਆ ਜਾਂਦਾ ਹੈ। ਔਰ ਰਸਨਾ ਦੁਆਰਾ ਵਿਆਖਿਆ ਹੁੰਦੀ ਹੈ ਉਹਦੀ। ਰਸਨਾ ਹੈ ਬੁੱਧੀ। ਪਹਿਲਾਂ ਬੁੱਧੀ ਉਸ ਹੁਕਮ ਨੂੰ ਸੁਣਦੀ ਹੈ, ਤੁਰਕੀ ਬਾਣੀ ਨੂੰ ਸੁਣਦੀ ਹੈ। ਜਦੋਂ ਤੁਰਕੀ ਬਾਣੀ ਸੁਣੀ ਜਾਂਦੀ ਹੈ ਤਾਂ ਫਿਰ ਜਿਹੜੀ ਰਸਨਾ ਹੈ, ਬੁੱਧੀ ਹੈ, ਉਹ ਜੀਵ ਦੇ ਦੁਆਰਾ, ਜੀਵ ਰਸਨਾ ਨਹੀਂ ਹੈ, ਜੀਵ ਦੇ ਦੁਆਰਾ ਉਹ ਰਸਨਾ ਜਿਹੜੀ ਉਹ ਵਿਖਿਆਨ ਕਰਦੀ ਹੈ। ਅੰਮ੍ਰਿਤ ਬਾਣੀ ਤੁਰਕੀ ਬਾਣੀ ਹੈ, ਗੁਰੂ ਹੈ। ਉਹਨਾਂ ਨੇ ਜਿਹੜੇ ਗੁਰਮੁਖਾਂ ਦੇ ਹਿਰਦੇ 'ਚੋਂ ਪ੍ਰਗਟ ਹੋਇਆ ਉਹ ਨਾਦ, ਉਹਨਾਂ ਨੇ ਵੇਦ ਬਣਾ ਕੇ ਜਦੋਂ ਸਾਨੂੰ ਦਿੱਤਾ, ਸਾਨੂੰ ਗੁਰਬਾਣੀ ਦਿੱਤੀ। ਗੁਰਬਾਣੀ ਵਿਆਖਿਆ, ਬਾਣੀ ਦੀ ਵਿਆਖਿਆ ਗੁਰਬਾਣੀ ਹੈ, ਬਾਣੀ ਦਾ ਅਰਥ ਗੁਰਬਾਣੀ ਹੈ, ਅਰਥ ਦੀ ਵਿਆਖਿਆ ਦੀ ਵਿਚਾਰ ਹੁੰਦੀ ਹੈ। ਹੁਣ ਕੀਰਤੀ ਕਿਹਦੀ ਕਰਨੀ ਹੈ? ਆਪਣੀ ਹੀ ਕਰਨੀ ਹੈ। ਆਪਣੇ ਮਨ ਨੂੰ ਹੀ ਮਨਾਉਣਾ, ਆਪਣੀ ਆਤਮਾ ਨੂੰ ਹੀ ਕਹਿਣਾ ਵੀ ਹੁਕਮ 'ਚ ਚੱਲ। ਹੁਕਮ 'ਚ ਚੱਲਣਾ ਕੀਰਤੀ ਹੈ।
ਭਾਵ ਮੂਲ ਦੀ ਬ੍ਰਹਮ ਨੂੰ ਜਾਣਨਾ ਹੈ। ਕੀਰਤੀ ਤੋਂ ਬਾਅਦ ਜਸ ਕਰਨ ਤੋਂ ਬਾਅਦ ਸੁਣਦੀ ਹੈ ਤੁਰਕੀ ਬਾਣੀ। ਦੋ ਪਦਾਰਥ ਕੀਰਤੀ ਨਾਲ ਮਿਲਦੇ ਆ, ਦੋ ਪਦਾਰਥ ਜਸ ਨਾਲ ਮਿਲਦੇ ਆ, ਚਾਰੇ ਪਦਾਰਥ ਪੂਰੇ ਹੋ ਜਾਂਦੇ ਆ। ਤੇ ਜਿਹਦੇ ਕੋਲ ਚਾਰੇ ਪਦਾਰਥ ਪੂਰੇ ਹੁੰਦੇ ਉਹ ਆਪਣੇ ਨਿੱਜ ਘਰ ਸੱਚਖੰਡ ਵਿੱਚ ਹੁੰਦਾ ਹੈ। ਸੋ ਬਾਣੀ ਦੀ ਵਿਆਖਿਆ ਆਪਾਂ ਨਹੀਂ ਕਰ ਸਕਦੇ, ਕਿਉਂਕਿ ਆਪਾਂ ਨੂੰ ਬਾਣੀ ਸੁਣਦੀ ਹੀ ਨਹੀਂ। ਤੇ ਜਿਹਨੂੰ ਬਾਣੀ ਸੁਣਦੀ ਆ ਉਹੀ ਵਿਆਖਿਆ ਕਰੂਗਾ ਨਾ। ਹਾਂ, ਆਪਾਂ ਗੁਰਬਾਣੀ ਦੀ ਵਿਚਾਰ ਕਰ ਸਕਦੇ ਹਾਂ। ਔਰ ਜਿੰਨੀ ਕੁ ਹੈ ਮੇਰੇ ਮਨਾ ਤੂੰ ਗੁਰਬਾਣੀ ਦੀ ਵਿਚਾਰ ਕਰੀ ਚੱਲੇਗਾ ਤੇ ਵਿਚਾਰ ਕਰ ਕਰਕੇ ਉਹਨੂੰ ਲਾਗੂ ਕਰੀ ਚੱਲੇਗਾ ਤਾਂ ਇੱਕ ਦਿਨ ਬਾਣੀ ਤੱਕ ਪਹੁੰਚ ਜ਼ਰੂਰ ਜਾਵੇਗਾ। ਇਹ ਗੱਲ ਪੱਕੀ ਹੈ, ਇਹ 'ਚ ਕੋਈ ਦੋ ਰਾਵਾਂ ਨਹੀਂ ਹੈ। ਸੋ ਇਹ ਜਸ ਕੀਰਤੀ ਜਗ ਲੈ। ਸੋ ਮੇਰੀ ਇੱਕ ਬੇਨਤੀ ਹੈ, ਜਿੰਨੇ ਕੁ ਵੀਰਾਂ ਨੇ ਇਸ ਵਿਚਾਰ ਨੂੰ ਸੁਣਨਾ ਤੇ ਜਾਂ ਅਗਾਂਹ ਵੀ ਦੱਸੋ ਕਿ ਜਿਹੜੇ ਚਾਰ ਪਦਾਰਥ ਨੇ ਉਹ ਕਿਹੜੇ, ਜਿਹੜੇ ਗੁਰਮਤਿ ਦੇ ਆ, ਜਿਹੜੇ ਸੱਚਖੰਡ 'ਚ ਪ੍ਰਵਾਨਿਤ ਨੇ। ਜਿਹੜੇ ਸੰਸਾਰੀ ਚਾਰ ਪਦਾਰਥ ਨੇ, ਅਰਥ, ਮਾਇਆ, ਧਰਮ, ਜਿਹੜਾ ਸੰਸਾਰ 'ਚ ਧਰਮ ਹੈ, ਕਾਮ, ਕਾਮ ਬਾਰੇ ਤੁਹਾਨੂੰ ਪਤਾ ਹੀ ਹੈ, ਜਿਹਨੂੰ ਤੁਸੀਂ ਕਾਮ ਮੰਨਦੇ ਹੋ ਸੰਸਾਰ 'ਚ, ਮੋਖ, ਮੁਕਤੀ, ਕਿ ਇਹ ਚਾਰ ਪਦਾਰਥ ਨੇ। ਇਹ ਤਾਂ ਸੰਸਾਰ 'ਚ ਨੇ। ਮਾਇਆ ਦਾ ਸੰਸਾਰ 'ਚ, ਸੱਚਖੰਡ 'ਚ ਤਾਂ ਨਹੀਂ ਹੈ। ਸੱਚਖੰਡ 'ਚ ਕਾਮ ਨਹੀਂ ਹੈ ਤੇ ਸੱਚਖੰਡ 'ਚ ਮੁਕਤੀ ਵਾਲਾ ਨਹੀਂ ਜਾਂਦਾ। ਮੁਕਤੀ ਤੋਂ ਤਾਂ ਅੱਗੇ ਸਫ਼ਰ ਸ਼ੁਰੂ ਹੁੰਦਾ ਹੈ। ਮੁਕਤੀ ਤਾਂ ਸਿਰਫ ਇੰਜ ਸਮਝ ਲਓ ਵੀ ਬੱਸ ਸਟਾਪ ਤੇ ਲਿਜਾ ਕੇ ਖੜਾਉਂਦੀ ਹੈ। ਬੱਸ ਸਟੈਂਡ ਤੇ ਜਾ ਕੇ ਜਿਵੇਂ ਆਪਾਂ ਖੜ ਜਾਂਦੇ ਹਾਂ ਤਾਂ ਬੱਸ ਆਉਂਦੀ, ਆਪਾਂ ਚੜ੍ਹ ਜਾਂਦੇ ਹਾਂ। ਮੁਕਤੀ ਸਿਰਫ ਇੱਥੋਂ ਤੱਕ ਕਿ ਬੱਸ ਸਟੈਂਡ ਤੇ ਲਿਜਾ ਕੇ ਖੜਾਤਾ, ਹਜੇ ਤਾਂ ਗੱਡੀ ਨਹੀਂ ਆਉਣਾ ਹੈ, ਫਿਰ ਗੱਡੀ ਤੇ ਚੜ੍ਹਨਾ, ਗੱਡੀ ਮਾਰਗ ਤੇ ਜਾਣੀ ਹੈ, ਫਿਰ ਕਿਤੇ ਜਾ ਕੇ ਮੰਜ਼ਿਲ ਹੈ। ਸੋ ਮੇਰੀ ਬੇਨਤੀ ਹੈ ਕਿ ਜ਼ਰੂਰ ਮੈਨੂੰ ਇਹਦੀ ਸੋਝੀ ਦਿਓ, ਜਿੰਨੀ ਕੁ ਵੀ ਹੈ ਤੁਹਾਡੇ ਕੋਲ। ਕਮ ਸੇ ਕਮ ਮੈਨੂੰ ਵੀ ਪਤਾ ਲੱਗੇ ਵੀ ਤੁਸੀਂ ਵਾਕਈ ਇਸ ਰਸਤੇ 'ਤੇ ਚੱਲਣਾ ਵੀ ਚਾਹੁੰਦੇ ਹੋ ਕਿ ਜਾਂ ਵੈਸੇ ਹੀ ਸੁਣ ਤੱਕ ਕੀ ਮਤਲਬ ਹੈ। ਸੋ ਮੇਰੀ ਬੇਨਤੀ ਹੈ, ਜ਼ਰੂਰ ਮੇਰੇ ਨਾਲ ਸਾਂਝ ਪਾਇਓ ਕਿ ਚਾਰ ਪਦਾਰਥ ਕਿਹੜੇ ਨੇ ਜਿਨ੍ਹਾਂ ਨੂੰ ਗੁਰਬਾਣੀ ਸੁਖਨੀ ਵਿੱਚ ਵੀ ਆਖਿਆ ਵੀ ਚਾਰ ਪਦਾਰਥ ਜੇ ਕੋ ਮੰਗੈ, ਜੇ ਕਿਸੇ ਦੇ ਅੰਦਰ ਇਹਦੀ ਭੁੱਖ ਹੈਗੀ, ਸਾਧ ਜਨਾਂ ਕੀ ਸੇਵਾ ਲੱਗ ਹੈ। ਵੀ ਜੇ ਤੁਹਾਡੇ 'ਚੋਂ ਕੋਈ ਸਾਧ ਦੀ ਸੇਵਾ 'ਚ ਲੱਗਿਆ ਹੋਇਆ ਤਾਂ ਮੈਨੂੰ ਜ਼ਰੂਰ ਦੱਸਿਓ, ਕਿਉਂਕਿ ਸਾਧ ਦੀ ਸੇਵਾ 'ਚੋਂ ਚਾਰ ਪਦਾਰਥ ਜ਼ਰੂਰ ਮਿਲਦੇ ਆ। ਸਾਧ ਦੀ ਸੇਵਾ ਤੋਂ ਮਿਲਦੇ ਨਹੀਂ ਬਿਨਾਂ। ਤੇ ਜਿਹਦਾ ਸਾਧ ਦੀ ਸੇਵਾ 'ਚ ਲੱਗੇ ਹੋ ਤਾਂ ਚਾਰ ਪਦਾਰਥ ਤੁਹਾਡੇ ਕੋਲ ਜ਼ਰੂਰ ਹੋਣਗੇ, ਤਾਂ ਉਹਦੀ ਮੈਨੂੰ ਜ਼ਰੂਰ ਸੋਝੀ ਦੱਸਿਓ। ਸੋ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਬਾਕੀ ਦੀ ਵਿਚਾਰ ਜੇ ਗੁਰ ਨੇ ਕਿਰਪਾ ਕੀਤੀ ਤਾਂ ਫਿਰ ਕੀਤੀ ਜਾਵੇਗੀ। ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।